ਦੀ ਜੰਗ ਦੇ ਇਸ ਸਪੈਸ਼ਲ ਨਿਊਜ਼ ਬੁਲਟਨ ਵਿੱਚ ਤੁਹਾਡਾ ਸਵਾਗਤ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਲੰਧਰ ਲੋਕ ਸਭਾ ਸੀਟ ਤੇ 10 ਮਈ ਨੂੰ ਜ਼ਮੀਨੀ ਚੋਣ ਦੇ ਲਈ VOTING ਹੋਵੇਗੀ ਤੇ 13 ਮਈ ਨੂੰ ਇਸ ਦਾ ਨਤੀਜਾ ਵੀ ਆ ਜਾਵੇਗਾ। ਹੁਣ ਤੱਕ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇਸ ਜ਼ਮੀਨੀ ਚੋਣ ਦੇ ਲਈ ਆਪਣੇ ਉਮੀਦਵਾਰਾਂ ਦੇ ਨਾਂ ਫਾਈਨਲ ਕਰਕੇ ਉਹਨਾਂ ਨੂੰ ਚੋਣ ਮੈਦਾਨ ਵਿੱਚ ਉਤਾਰ ਚੁੱਕੀਆਂ ਹਨ ਅਤੇ ਇਹਨਾਂ ਉਮੀਦਵਾਰਾਂ ਨੇ ਆਪਣੇ ਨੋਮੀਨੇਸ਼ਨ ਵੀ ਦਾਖਲ ਕਰ ਦਿੱਤੇ ਹਨ। MH1 ਨਿਊਜ਼ ਨੇ ਵੀ ਇਹਨਾਂ ਚੋਣਾਂ ਦੀ ਖਾਸ ਕਵਰੇਜ ਕਰਨ ਦੇ ਲਈ ਸਾਰੇ ਯਤਨ ਕੀਤੇ ਹਨ। MH1 ਐਕਸਪ੍ਰੈਸ, ਜੀ ਹਾਂ, ਇਹ ਸਾਡੀ ਖਾਸ ਬੱਸ ਵੇਲੇ ਜਲੰਧਰ ਲੋਕ ਸਭਾ ਸੀਟ ਤੇ ਜਗ੍ਹਾ ਜਗ੍ਹਾ ਫੇਰੀ ਲਾ ਰਹੀ ਹੈ ਤੇ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਅਤੇ ਉਹਨਾਂ ਦੇ ਹਮਾਇਤੀਆਂ ਨੇ ਮੁਲਾਕਾਤ ਕਰ ਰਹੀਆਂ ਹਨ। ਇਹ ਜਾਣਨ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਹੁਣ ਇਸ ਸੀਟ ਤੇ ਸਿਆਸੀ ਮਾਹੌਲ ਕੀ ਹੈ। ਤੇ ਆਓ ਸ਼ੁਰੂ ਕਰਦੇ ਹਾਂ ਅੱਜ ਦਾ ਸਫ਼ਰ ਤੇ ਵੇਖਦੇ ਹਾਂ ਜਲੰਧਰ ਦੀ ਜੰਗ। ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਜਲੰਧਰ ਸਾਡੇ ਸੰਵਾਦਦਾਤਾ ਨਿਤਿਨ ਧੀਮਾਨ ਦੇ ਕੋਲ। ਬਿਲਕੁਲ ਅਮਨਦੀਪ, ਮੈਂ ਇਸ ਵਕਤ ਜਲੰਧਰ ਦੇ ਵਿੱਚ ਆ। ਜਲੰਧਰ ਜ਼ਿਮਨੀ ਚੋਣ ਅਸੀਂ ਕਵਰ ਕਰ ਰਹੇ ਨੇ ਤੇ ਇੱਕ ਇਹੋ ਜਿਹਾ ਨਾਮ ਜਿਹਦੇ ਬਿਨਾਂ ਜਲੰਧਰ ਕਹਿ ਸਕਦੇ ਕਿ ਨਾਮ ਦੇ ਨਾਲ ਹੀ ਜਲੰਧਰ ਜੁੜਿਆ ਹੋਇਆ ਹੈ ਤੇ ਕੌਣ ਨਹੀਂ ਜਾਣਦਾ ਉਹਨੂੰ। ਮੇਰੇ ਨਾਲ ਹੰਸਰਾਜ ਹੰਸ ਜੀ ਨੇ, ਤੁਹਾਡਾ ਬਹੁਤ ਬਹੁਤ ਸਵਾਗਤ। सांसद भी ने, बहुत बड़े गायक भी ने, ये अवार्ड ਤਾਂ ਅਵਾਰਡਾਂ ਦਾ ਭਰਿਆ ਹੋਇਆ ਤੁਹਾਡਾ ਪੂਰਾ ਘਰ। ਸਭ ਤੋਂ ਪਹਿਲਾਂ ਚਲੋ ਜ਼ਿਮਨੀ ਚੋਣ ਦੀ ਹੀ ਗੱਲ ਕਰਾਂਗੇ। ਤੁਸੀਂ ਵੀ ਜਾ ਰਹੇ ਹੋ, ਇਲਾਕਿਆਂ ਦੇ ਵਿੱਚ ਘੁੰਮ ਰਹੇ ਹੋ, ਕਿਸ ਤਰੀਕੇ ਦੀਆਂ ਚੀਜ਼ਾਂ ਵੇਖ ਰਹੇ ਹੋ ਤੇ ਇਸ ਵਾਰ ਜਲੰਧਰ ਕੀ ਕਹਿੰਦਾ ਹੈ? ਸਭ ਤੋਂ ਪਹਿਲਾਂ MH1 ਚੈਨਲ ਦੀ ਸਾਰੀ जिमें का माहौल होंगे गलत बदकिस्मती के एडा खूबसूरत आदमी ही वाज वॉकिंग विद हिज लीडर तो इस वेरी अनफॉर्चुनेट कि उन्होंने डैथ हो गई। चौधरी संतोख सिंह जी ज़ाती तौर पर मैं बड़ा उन्होंने प्यार करता सी, लेकिन दुनिया निज़ाम है, शो इज़ मस्ट गोइंग ऑन जिमें कहते होंगे। उस सिलसिले च जिमनी चोण तो हुण लड़नी पैनी सी ते BJP की तैयारी बारे तो हुण क्लीयर ही है सारा। ये इन्नी क तैयारी करके रखते हैं, इन्ना क सोचते कि सोचण की लोड़ ही नहीं है। जिथे तक माहौल का ताल्लुक है, मैनू पास्ट का नहीं पता, पर हुण लोकां नूं ये रियलाइज़ जरूर हो गया कि सारियां पार्टियां नूं वेख लिया, परख लिया, हर एंगल तो वेख लिया ते परख लिया ते हुण वो चाहुंदे आ कि BJP नूं कदी असीं इंडिपेंडेंट मौका नहीं सी दिता। ये कल्ले नहीं सी कदी लड़े, किसी ना किसी नाल अलायंस हुंदा सी ते जे हुण नितरे आ पंजाब विच कल्ली BJP और पंजाब दा मन बनदा जा रहा। उधर मैं कल परसों ही आया, कागज़ जिद्दण भरने सी, प्रोग्राम वेख्या, बैठक सी, रैली सी बहुत वड्डी और उन्हां दे जिन्नी संगत आई और जिन्ना उत्साह सी उहदे तो लगदा कि लोगों ने मन बनाया कि BJP नूं असीं जिताउणा इस वार। हाँ, इस बार मैं देख रहा कि वैसे तो 10-12 महीने वास्ते ही MP बन गए, पर लड़ाई नहीं हो रही है कि रोज़ कोई इस पार्टी का उधर, उस पार्टी का उधर जा रहा है। ਤੁਹਾਡੇ ਵੀ ਭਗਤ ਸਾਹਿਬ ਉਧਰ ਚਲੇ ਗਏ, ਸੁਸ਼ੀਲ ਰਿੰਕੂ ਕਿਸੇ ਕਾਂਗਰਸ ਹੋ ਕੇ ਉਹਦੇ ਚ ਲੜ ਗਏ। ਕੀ ਲੱਗਦਾ ਇਹ ਇੱਕ ਪ੍ਰੈਸਟੀਜੀਅਸ ਬਣ ਗਿਆ ਹੈ ਕਿ ਇਹ ਗਰਬ ਦੀ ਲੜਾਈ ਹੋ ਗਈ ਹੈ? ਗੱਲ ਇਹ ਹੈ ਕਿ ਗੱਲ 10-11 ਮਹੀਨੇ ਦੀ ਨਹੀਂ, ਗੱਲ ਇੱਕ ਸੀਟ ਦੀ ਨਹੀਂ। ਇੱਥੋਂ ਇੱਕ ਗਰਾਊਂਡ ਬਣ ਜਾਣੀ ਹੈ। ਇੱਥੋਂ ਅਗਲੇ ਜਿਹੜਾ ਵੱਡਾ ਮੈਚ ਹੈ 2024 ਵਾਲਾ, ਉਹਦੇ ਲਈ 10-12-13 ਜਿੰਨੇ ਵੀ MP ਹੁੰਦੇ ਆ, ਇੱਥੋਂ 11 ਮੇਰਾ ਖਿਆਲ ਹੁੰਦੇ ਆ ਪੰਜਾਬ ਤੋਂ ਇੰਡੀਪੈਂਡੈਂਟ BJP ਦੇ ਲੜਨਗੇ। ਉਹਦੇ ਲਈ ਇੱਕ ਮਾਹੌਲ ਬਣ ਜਾਏਗਾ ਅਗਰ ਇਹ ਸੀਟ ਨਿਕਲ ਜਾਂਦੀ ਹੈ, ਬੜਾ ਅੱਛਾ। ਤੇ ਵੈਸੇ ਅਗਰ ਤਲਾਉਣ ਦੀ ਲੋੜ ਹੀ ਨਹੀਂ, ਪੂਰਾ ਕੌਨਫੀਡੈਂਟ ਹੈ ਸਾਰੇ। ਤੇ ਬਾਕੀ ਜਿੱਥੇ ਤੱਕ ਨੇਤਾਵਾਂ ਦਾ ਚੱਕਰ ਹੈ, ਕੋਈ ਲੌਜਿਕ ਜ਼ਰੂਰ ਹੋਣਾ ਚਾਹੀਦਾ ਪਾਰਟੀ ਬਦਲਣ ਲਈ। ਫੋਰ ਐਗਜ਼ਾਮਪਲ ਮੈਂ ਕੁਝ ਪਾਰਟੀਆਂ 'ਚ ਕੰਮ ਕੀਤਾ ਪਹਿਲਾਂ, ਮੈਨੂੰ ਕੋਈ ਪਾਰਟੀ ਨੇ ਵਫਾ ਨਹੀਂ ਸੀ ਕੀਤੀ, ਕੁਝ ਬਣਾ ਨਹੀਂ ਸੀ ਰਿਹਾ, ਮੈਂ ਵਿਹਲਾ ਸੀ, ਅਣਗੌਲਿਆ ਸੀ, ਇਗਨੋਰਡ ਸੀ। ਮੈਂ ਛੱਡਾਂ ਤੇ ਫੱਬਦਾ ਵੀ ਹਾਂ। ਜਿਸ ਪਾਰਟੀ ਨੇ ਜਿੱਦਾਂ ਹੁਣ ਮੈਨੂੰ MP ਬਣਾਇਆ, ਇੱਥੋਂ ਲਿਜਾ ਕੇ ਜਲੰਧਰੋਂ ਉੱਥੇ ਇੱਕ ਸਿੰਗਲ ਪੈਨੀ ਨਹੀਂ ਖਰਚਣ ਦਿੱਤੀ। ਜੇ ਫੇਰ ਮੈਂ ਛੱਡਾਂ ਫਿਰ ਮੈਂ ਗੁਨਾਹਗਾਰ ਹਾਂ। ਜਿਹੜੇ ਇਸ ਤਰ੍ਹਾਂ ਜਿੱਥੇ ਵਜ਼ੀਰ ਬੰਦਾ ਬਣਾਉਂਦਾ, MLA ਬਣਾਉਂਦੇ ਆ, ਉਹਨਾਂ ਪਾਰਟੀਆਂ ਨੂੰ ਤੋਂ ਇੰਨਾ ਮਾਣ ਮਿਲਦਾ, ਉਹਨਾਂ ਨੂੰ ਛੱਡਣਾ ਮੇਰੇ ਹਿਸਾਬ ਨਾਲ ਇੱਕ ਹੋਰ ਪਾਪ ਹੈ। लेकिन कहते ना भूल जाना तो रस्म दुनिया है, तूने कौन सा कमाल किया। अजकल लोग ये वेखते कि सत्ता किधर है तो कित्थों हासिल हो सकती है। कुछ साल भी सत्ता तो बिना और पैसे तो बिना लोग रह नहीं सकते, क्योंकि सत्ता तो आ ही जाती, पावर आ जाती है,
ਹੁਣ ਇਹ ਬਿਜ਼ਨਸ ਵੀ ਬਣਿਆ ਹੋਇਆ ਆਪਣਾ ਜਿਹੜੀ ਸਿਆਸਤ ਹੈ, ਤੇ ਮੋਸਟ ਆਫ ਪੀਪਲ ਦੇ ਆਰ ਡੂਇੰਗ ਬਿਜ਼ਨਸ। ਔਰ ਲੇਕਿਨ ਸਾਡੇ ਲੀਡਰ ਆ, ਮਸਲਨ ਬੀਜੇਪੀ ਦੇ ਪਰਿਵਾਰ ਦੇ ਹੈੱਡ ਮੈਂ ਕਹਿ ਲੂੰਗਾ ਨਰਿੰਦਰ ਭਾਈ ਮੋਦੀ ਜੀ, ਆਨਰੇਬਲ ਪ੍ਰਾਈਮ ਮਿਨਿਸਟਰ, ਜਿਸ ਪਰਿਵਾਰ ਦਾ ਮੁਖੀਆ ਓਨੈਸਟ ਹੁੰਦਾ, ਬਾਕੀ ਵੀ ਡਰਦੇ ਆ ਕਰਪਸ਼ਨ ਕਰਨ ਲੱਗੇ। ਜਿੱਦਾਂ ਉਹਨਾਂ ਦੀ ਗ੍ਰਿਪ ਹੈ, ਤੁਸੀਂ ਦੇਖਿਆ ਤਨਖਾਹ ਵੀ ਜਦੋਂ ਉੱਥੋਂ ਆਪਣਾ ਸੀਐਮਸ਼ਿਪ ਛੱਡੀ ਆ ਗੁਜਰਾਤ ਤੋਂ, ਜਿਹੜੀ ਸੈਲਰੀ ਵੀ ਸੀ ਇੰਨੇ ਸਾਲਾਂ ਦੀ, ਉਹ ਬੱਚੀਆਂ ਨੂੰ ਦੇ ਆਏ ਸੀ, ਕਹਿੰਦੇ ਮੈਂ ਪੈਸੇ ਕੀ ਕਰਨੇ। ਸੋ ਜਿਸ ਪਾਰਟੀ ਦਾ ਲੀਡਰ ਇਹੋ ਜਿਹਾ, ਉਹਦੇ ਬਾਕੀ ਕਾਰਕੁਨ ਵੀ ਕੋਸ਼ਿਸ਼ ਕਰਦੇ ਅਸੀਂ ਇਮਾਨਦਾਰ ਹੋਈਏ। ਪਰ ਕੱਲੇ ਲੜ ਰਹੇ ਹੋ ਇਸ ਵਾਰ। ਕਿਸਾਨੀ ਅੰਦੋਲਨ ਹੋਇਆ ਹੁਣ, ਚਲੋ 1.5 ਸਾਲ ਹੋ ਗਿਆ ਉਹਨੂੰ, ਹਾਂਜੀ, ਉਸ ਟਾਈਮ ਬਹੁਤ ਨੈਗੇਟਿਵ ਗਿਆ ਬੀਜੇਪੀ ਦਾ। ਜੀ। ਕੀ ਲੱਗਦਾ ਚੀਜ਼ਾਂ ਹੁਣ ਟਰੈਕ ਤੇ ਆ ਗਈਆਂ ਨੇ ਕਿ ਹਲੇ ਵੀ ਗੁੱਸਾ ਕਿਸਾਨਾਂ 'ਚ ਹਾਂਜੀ, ਭਰਿਆ ਉਹ ਮਿਸਅੰਡਰਸਟੈਂਡਿੰਗ ਹੋ ਗਈ ਸੀ। ਪੰਜਾਬੀ ਬਹੁਤ ਜਜ਼ਬਾਤੀ ਔਰ ਬੜੀ ਸਾਫ਼ ਸੁਥਰੀ ਕੌਮ ਹੈ। ਇਹ ਇਹਨਾਂ ਦੇ ਨਾਲ ਦਾ ਜੇ ਨਫ਼ਰਤ ਹੈ ਤਾਂ ਮੁਹੱਬਤ ਵੀ ਇਹਨਾਂ ਦੇ ਨਾਲ ਦੀ ਕੋਈ ਨਹੀਂ ਕਰਦਾ। ਜਿੱਦਣ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਆਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ ਨੇ ਅਪੋਲੋਜਾਈਜ਼ ਹੀ ਕਰ ਲਿਆ, ਕਲੀਅਰ ਕਰ ਦਿੱਤਾ ਕਿ ਮੈਂ ਪੂਰੇ ਭਾਰਤ ਤੋਂ ਸਪੈਸ਼ਲੀ ਕਿਸਾਨਾਂ ਤੋਂ ਮਾਫੀ ਮੰਗਦਾ। ਲੈ ਵੀ ਮੈਂ ਤੁਹਾਡੇ ਲਈ ਕਾਨੂੰਨ ਬਣਾਏ ਸੀ, ਤੁਹਾਨੂੰ ਨਹੀਂ ਪਸੰਦ ਆਏ ਤਾਂ ਮੈਂ ਵਾਪਸ ਲੈਣਾ। ਤੇ ਉੱਥੋਂ ਤਾਂ ਭੰਗੜੇ ਪਾਉਂਦੇ ਆਏ ਫਿਰ ਸਾਰੇ। ਤੇ ਪੰਜਾਬੀ ਬੜੀ ਕਮਾਲ ਦੀ ਕੌਮ ਹੈ, ਇਹ ਇੰਨੇ ਭੈੜੇ ਨਹੀਂ ਕਿ ਗੱਲ ਗਵਾਉਣਗੇ ਨਹੀਂ, ਇਹ ਉਦੋਂ ਹੀ ਭੁੱਲ ਕੇ ਆ ਗਏ ਸੀ ਤੇ ਤਦੇ ਤੇ ਸਾਰੇ ਸ਼ਾਮਲ ਹੋ ਰਹੇ। ਤੁਸੀਂ ਦੇਖਿਆ ਬੜੇ ਵਜ਼ੀਰ, ਬੜੇ ਕੈਬਨਿਟ ਮਿਨਿਸਟਰ, ਐਮਐਲਏ, ਵਰਕਰ ਸਭ ਬੀਜੇਪੀ ਨੂੰ ਜੁਆਇਨ ਕਰ ਰਹੇ ਆ ਇਸੇ ਕਰਕੇ। ਗੱਲ ਕਰੀਏ ਅਕਾਲੀ ਦਲ ਇਸ ਵਾਰ ਬੀਐਸਪੀ ਨਾਲ ਹੈ। ਬੀਐਸਪੀ ਪਿਛਲੀ ਚੋਣਾਂ ਦੀ ਗੱਲ ਕਰੀਏ 2 ਲੱਖ ਦੇ ਕਰੀਬ ਵੋਟਾਂ ਲੈ ਗਏ ਸੀ ਉਹ ਜੀ। ਹੁਣ ਉਹ ਕਹਿ ਰਹੇ ਨੇ ਕਿ 2 ਲੱਖ ਉਹ ਬੀਐਸਪੀ ਦੀਆਂ ਹਿਲਣੀਆਂ ਨਹੀਂ, ਅਸੀਂ 50-60 ਹਜ਼ਾਰ ਵੀ ਲੈ ਗਏ ਤਾਂ ਅਸੀਂ ਬਣਾ ਲੈਣਾ ਆਪਣਾ। ਹਾਂਜੀ, ਕਿਵੇਂ ਲੱਗਦਾ ਕਿ ਬੀਐਸਪੀ ਵੋਟ ਦਲਿਤ ਭਾਈਚਾਰਾ ਉਹਦੇ ਨਾਲ ਹੀ ਜੁੜੇ ਰਹੇਗਾ ਜਾਂ ਸਾਰਿਆਂ ਦੀ ਆਪਣੀ ਕੈਲਕੂਲੇਸ਼ਨ ਆ, ਸਾਰਿਆਂ ਨੇ ਜ਼ੋਰ ਲਾਉਣਾ ਆ। ਸਾਹਿਬ ਹੱਥ ਵਡਿਆਈਆਂ, ਜਿਹਨੂੰ ਮਾਲਕ ਚਾਹੇਗਾ ਉਹਨੂੰ ਤਾਜ ਬਖਸ਼ ਦੇਗਾ। ਤੁਸੀਂ ਮੇਰੀ ਐਗਜ਼ਾਮਪਲ ਦੇਖ ਲਓ, ਮੈਨੂੰ ਇਹ ਲੱਗਣ ਲੱਗ ਪਿਆ ਸੀ ਕਿ ਮੈਂ ਸ਼ਾਇਦ ਹਰਨ ਵਾਸਤੇ ਪੈਦਾ ਹੋਇਆ ਦੁਨੀਆ ਦੇ ਵਿੱਚ। 1-2 ਵਾਰ ਮਿਸਫਾਇਰ ਹੋ ਗਿਆ, ਦੈਨ ਮੈਂ ਫਰਸਟ੍ਰੇਟਡ ਹੋ ਗਿਆ, ਚਲੇ ਗਿਆ ਇੱਥੋਂ, ਪਤਾ ਨਹੀਂ ਅਗਿਆਤਵਾਸ ਚਲੇ ਗਿਆ। ਫਿਰ ਸਿਆਸਤ ਨੂੰ ਮੈਂ ਦੋਜ਼ਖ ਕਹਿਣ ਲੱਗ ਪਿਆ। ਇੱਕਦਮ ਪ੍ਰਧਾਨ ਮੰਤਰੀ ਜੀ ਨੂੰ ਖਿਆਲ ਆਇਆ ਕਿ ਯਾਰ ਬੰਦਾ ਤਾਂ ਠੀਕ ਸੀ, ਖੱਜਲ ਖਰਾਬ ਬਹੁਤ ਹੋ ਗਿਆ ਪੋਲਿਟਿਕਸ ਵਿੱਚ। ਤਾਂ ਉਹਨਾਂ ਦੇਖੋ ਉੱਥੇ ਬੁਲਾ ਕੇ ਕਮਾਲ ਕਰ ਛੱਡੀ। ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਮਾਰਜਨ ਨਾਲ ਮੈਂ ਜਿੱਤਿਆ ਉੱਥੇ ਦਿੱਲੀ 'ਚ। ਸੋ ਇਸ ਕਰਕੇ ਵਕਤ ਦਾ ਕੋਈ ਪਤਾ ਨਹੀਂ ਲੱਗਦਾ। ਸਾਰੇ ਆਪੋ ਆਪਣਾ ਪੱਖ ਰੱਖਣ ਦਾ ਸਭ ਨੂੰ ਹੱਕ ਹੈ, ਲੇਕਿਨ ਇਹ ਤਾਂ ਜਨਤਾ ਨੇ ਵੇਖਣਾ ਕਿ ਜੇ ਉਹਨਾਂ ਨੇ ਜਿੰਨੀ ਸ਼ੌਕ ਨਾਲ ਵੋਟਾਂ ਪਾ ਕੇ ਕਿਸੇ ਨੂੰ ਤਖਤੋ ਤਾਜ ਤੇ ਬਿਠਾਇਆ, ਜੇ ਉਹਨਾਂ ਦੀ ਕਸੌਟੀ ਤੇ ਪੂਰੇ ਉਤਰੇ ਆ, ਉਹਨਾਂ ਨੂੰ ਐਪਰੀਸ਼ੀਏਟ ਕਰੋ, ਸਪੋਰਟ ਕਰੋ, ਨਹੀਂ ਤਾਂ 1 ਮਿੰਟ 'ਚ ਪਬਲਿਕ ਲਾ ਦਿੰਦੀ ਹੈ। ਅੱਛਾ, ਜਲੰਧਰ ਨੂੰ ਸਮਾਰਟ ਸਿਟੀ ਬਣਾਉਣ ਵਾਸਤੇ 900 ਕਰੋੜ ਤੋਂ ਜ਼ਿਆਦਾ ਪੈਸਾ ਵੀ ਆਇਆ। ਹਾਂਜੀ, ਤੁਸੀਂ ਦੇਖ ਰਹੇ ਹੋ ਬਣ ਗਈ ਸਮਾਰਟ ਸਿਟੀ ਜਾਂ ਕਿੱਥੇ ਚੀਜ਼ਾਂ ਰਹਿ ਗਈਆਂ? ਤੁਹਾਨੂੰ ਮੈਂ ਸਮਾਰਟ ਕਹਿ ਦੇਵਾਂ, ਤੁਹਾਡੀ ਗਰੂਮਿੰਗ ਹੋਵੇ ਹੀ ਨਾ, ਸੂਟਡ ਬੂਟਡ ਹੋਵੋ ਹੀ ਨਾ, ਤੁਸੀਂ ਪਾਰਲਰ ਸ਼ਾਰਲਰ ਜਾਓ ਹੀ ਨਾ, ਤੇ ਕਾਹਦੇ ਸਮਾਰਟ ਨਾਂ ਰੱਖ ਦਿੱਤਾ। ਇਨਫਰਾਸਟ੍ਰਕਚਰ ਤੋਂ ਲੈ ਕੇ ਬਹੁਤ ਸਾਰੇ ਸਪੋਰਟਸ ਹਬਸ ਬਣਦਾ ਇੱਥੇ ਸੀਗਾ। ਕਲਚਰਲ ਸਿਟੀ ਹੈ ਹਰਵੱਲਭ, ਪਤਾ ਪੂਰੀ ਦੁਨੀਆ ਦੇ ਵਿੱਚ ਸੰਗੀਤ ਬਾਬਾ ਹਰਵੱਲਭ ਦੇ ਨਾਂ ਤੇ ਸੰਗੀਤ। ਇਹ ਇੱਕ ਸ਼ਹਿਰ ਆ ਜਿਹੜਾ ਮਲਟੀ ਕਲਚਰ, ਬੜਾ ਪਿਆਰ ਵਾਲਾ, ਭਾਈਚਾਰੇ ਵਾਲਾ ਹੈਗਾ। ਇਹ ਸਮਾਰਟ ਨਾਂ ਤੇ ਰੱਖ ਲਿਆ। ਅਜੇ ਸਮਾਰਟ ਉਦੋਂ ਹੀ ਬਣੇਗਾ ਜਦੋਂ ਬੀਜੇਪੀ ਦੇ ਬੰਦੇ ਆਉਣਗੇ। ਤੁਸੀਂ ਦੇਖਿਆ ਜਿੱਥੇ ਜਿੱਥੇ ਬੀਜੇਪੀ ਦਾ ਰਾਜ ਆ, ਹਰਿਆਣਾ ਦੀ ਹਾਲਤ ਕਿੱਦਾਂ ਦੀ ਹੁੰਦੀ ਸੀ, ਅੱਜ ਗੁੜਗਾਉਂ ਜਾਓ ਲੱਗਦਾ ਤੁਸੀਂ ਦੁਬਈ ਫਿਰਦੇ ਆ ਜਾਂ ਯੂਰਪ ਦੇ ਕਿਸੇ ਕੰਟਰੀ 'ਚ। ਈਵਨ ਪਾਣੀਪਤ ਕਰਨਾਲ ਵੀ ਬੜੀ ਬੁਰੀ ਹਾਲਤ ਹੁੰਦੀ ਸੀ। ਹਰ ਸ਼ਹਿਰ ਦੁਲਹਨ ਵਾਂਗੂ ਸਜਿਆ ਹੁੰਦਾ। ਮੱਧ ਪ੍ਰਦੇਸ਼ ਲਾ ਲਓ, ਯੂਪੀ ਲਾ ਲਓ, ਜਿੱਥੇ ਜਿੱਥੇ ਵੀ ਆਏਗਾ। ਹੋਰ ਵਧੀਆ ਗੱਲ ਹੈ ਕਿ ਜੇ ਸੈਂਟਰ ਵਿੱਚ ਜਿਹੜੀ ਜਮਾਤ ਰਾਜ ਕਰਦੀ ਹੈ, ਹਕੂਮਤ ਕਰਦੀ ਹੈ, ਪਾਰਟੀ ਜਿਹੜੀ ਰਾਜ ਕਰਦੀ ਹੈ, ਜੇ ਸਟੇਟ ਵਿੱਚ ਵੀ ਉਸੇ ਦਾ ਹੋਵੇ ਤਾਂ ਫਿਰ ਕਮਾਲ ਹੋ ਜਾਂਦੀ ਹੈ। ਅਗਰ ਗੱਲ ਕਰੀਏ ਮੌਜੂਦਾ ਸੱਤਾਰੂੜ ਪਾਰਟੀ ਰਾਜ ਦੇ ਵਿੱਚ ਆਮ ਆਦਮੀ ਪਾਰਟੀ ਹੈ। ਸੁਸ਼ੀਲ ਰਿੰਕੂ ਗਏ ਨੇ ਕਾਂਗਰਸ ਛੱਡ ਕੇ, ਤੇ ਲਗਾਤਾਰ ਉਹ ਜ਼ੋਰ ਲਾ ਰਹੇ ਕਿਉਂਕਿ ਪਹਿਲੀ ਜਿਮਣੀ ਚੋਣ ਉਹ ਹਾਰ ਚੁੱਕੇ ਨੇ। ਹਾਂਜੀ, ਅਗਲੀ ਵੀ ਹਾਰ ਗਈ ਤੇ ਫਿਰ ਅੱਗੇ ਦਿੱਕਤ ਹੋ ਜਾਏਗੀ 24 ਵਾਸਤੇ। ਇਸ ਕਰਕੇ ਜ਼ੋਰ ਉਹਨਾਂ ਦਾ ਪੂਰਾ ਹੈ। ਉਸ ਜ਼ੋਰ ਨੂੰ, ਪ੍ਰੈਸ਼ਰ ਨੂੰ ਕਿਵੇਂ ਬੀਜੇਪੀ ਹੈਂਡਲ ਕਰੇਗੀ? ਕੋਈ ਨਹੀਂ, ਜ਼ੋਰ ਪੂਰਾ ਲਾਉਣਾ ਚਾਹੀਦਾ। ਮੇਰੀ ਮਜਬੂਰੀ ਕਿ ਮੇਰਾ ਪਿਆਰ ਹੀ ਬਹੁਤ ਹੈ ਸਾਰਿਆਂ ਨਾਲ ਔਰ ਮੇਰਾ ਜਨਮ ਮੁਹੱਬਤ ਲਈ ਹੋਇਆ। ਮੈਂ ਨਫ਼ਰਤ ਭਰੀ ਨਾ ਕਿਸੇ ਪਾਰਟੀ ਲਈ, ਨਾ ਕਿਸੇ ਬੰਦੇ ਲਈ ਭੈੜਾ ਬੋਲਦਾ।
ਨਾ ਮੈਂ ਭੈੜਾ ਸੋਚਦਾ, ਨਾ ਮੈਨੂੰ ਤਲੀਮ ਹੈ, ਕਿਉਂਕਿ ਮੈਂ ਸੂਫੀਇਜ਼ਮ ਦਾ ਰਾਹਗੀਰ ਹਾਂ, ਸਾਲਿਕ ਹਾਂ, ਮੁਰੀਦ ਹਾਂ, ਉਸ ਪਾਥ ਤੇ ਚੱਲਣ ਵਾਲਾ ਬੰਦਾ, ਉਸ ਸਕੂਲ ਆਫ ਥਾਟ ਨੂੰ ਮੰਨਣ ਵਾਲਾ ਬੰਦਾ। ਉਹਦੇ ਵਿੱਚ ਨਫ਼ਰਤ ਨਹੀਂ ਹੁੰਦੀ, ਮੁਹੱਬਤ ਹੁੰਦੀ ਹੈ। ਜਿਵੇਂ ਤੁਹਾਡਾ ਜਿਹੜੀ ਲਾਈਟ ਹੈ, ਇਹਦੀ ਫਿਤਰਤ ਸਿਰਫ ਲਾਈਟ ਦੇਣਾ ਆ, ਇਹਨੂੰ ਪਤਾ ਹੀ ਨਹੀਂ ਹਨੇਰਾ ਕਿੱਥੋਂ ਆਉਂਦਾ, ਕਿਵੇਂ ਹੈ। ਇਹਨੂੰ ਜਦੋਂ ਤੁਸੀਂ ਔਨ ਕਰੋਗੇ ਇਹ ਲਾਈਟ ਹੀ ਦੇਵੇਗਾ। ਇਸ ਕਰਕੇ ਮੈਂ ਸਾਰਿਆਂ ਲਈ ਪ੍ਰੇ ਕਰਦਾ ਕਿ ਨੀਅਤ ਜਿਹੜੀ ਅੰਦਰ ਆ ਨਾ, ਜਾਂ ਪਰਸਨ ਟੂ ਪਰਸਨ ਕੁੰਡੀ ਲਾ ਕੇ ਬੰਦੇ ਨੂੰ ਪਤਾ ਹੁੰਦਾ ਮੈਂ ਕਿੱਦਾਂ ਦਾ ਹਾਂ, ਤੇ ਜਾਂ ਰੱਬ ਤੋਂ ਤਾਂ ਕੁਝ ਛੁਪਿਆ ਹੀ ਨਹੀਂ। ਪਬਲਿਕ ਨੂੰ ਤੁਸੀਂ ਕਿਸੇ ਤਰ੍ਹਾਂ ਕਦੀ ਗੱਲਾਂ ਗੁੱਲਾਂ 'ਚ ਲਿਆ ਸਕਦੇ ਆ, ਲੇਕਿਨ ਹਰ ਵਾਰੀ ਝੂਠ ਦੀ ਮਠਿਆਈ ਨਹੀਂ ਵਿਕਦੀ। ਉਹ ਝੂਠ ਦੀ ਮਠਿਆਈ ਦਾ ਇਹ ਹੁੰਦਾ ਅਟਰੈਕਟਿਵ ਬੜੀ ਹੁੰਦੀ, ਵਰਕ ਸ਼ਰਕ ਲਾਇਆ ਹੁੰਦਾ, ਲੇਕਿਨ ਇੱਥੇ ਗੁਰਾਇਆਂ ਦੀ ਬਰਫੀ ਆ 2-3 ਵਜੇ ਤੋਂ ਬਾਅਦ ਮਿਲਦੀ ਨਹੀਂ। ਉਹ ਘਾਵਾਂ ਜਿਹਾ ਆਪੇ ਫੇਰਦਾ ਉਹ ਬੰਦਾ, ਰੱਬ ਦਾ ਗਰਮਾ ਗਰਮ ਲੈ ਜਾਂਦੇ ਲੋਕ। ਹਾਂ ਤੁਸੀਂ ਜਾ ਕੇ ਦੇਖੋ, ਹੁਣ ਮਿਲਣੀ ਨਹੀਂ, ਲੇਕਿਨ ਉਹਦੀ ਕੋਈ 100 ਮੇਰਾ 60-70-80 ਸਾਲ ਤੋਂ ਆ ਉਹ ਦੁਕਾਨ, ਤਾਂ ਉਹਦੀ ਕੋਈ ਪਬਲਿਸਿਟੀ ਨਹੀਂ, ਲੇਕਿਨ ਲੋਕਾਂ ਨੂੰ ਪਤਾ ਹੈ ਕਿ ਸੱਚੀ ਮਠਿਆਈ ਇੱਥੋਂ ਮਿਲਣੀ ਹੈ। ਇੱਦਾਂ ਹੀ ਬੀਜੇਪੀ ਹੈ, ਜਦੋਂ ਆ ਗਈ ਤੇ ਫਿਰ ਡਿਵੈਲਪਮੈਂਟ ਜਿਹੜੇ ਵਿਕਾਸ ਹੈ ਨਾ, ਇਸੇ ਮੁੱਦੇ ਤੇ ਅਸੀਂ ਇਲੈਕਸ਼ਨ ਲੜਦੇ ਹਾਂ। ਇਹੀ ਫਿਰ ਮਤਲਬ ਤੁਸੀਂ ਸਮਾਰਟ ਸਿਟੀ ਦੇਖੋਗੇ ਔਰ ਪੰਜਾਬ ਵੀ ਫਿਰ ਤੁਸੀਂ ਖੁਸ਼ਹਾਲ ਦੇਖੋਗੇ। ਚਲੋ ਚਲਦੇ ਚਲਦੇ 1-2 ਸਵਾਲ ਲਵਾਂਗੇ। ਸਭ ਤੋਂ ਪਹਿਲੇ ਜਿਮਨੀ ਚੋਣ ਦਾ ਹੀ ਪੁੱਛਾਂਗਾ ਕਿ ਕਿੰਨਾ ਮਾਰਜਨ ਤੁਹਾਨੂੰ ਲੱਗਦਾ ਤੇ ਕਿਹਦੇ ਨਾਲ ਮੁੱਖ ਮੁਕਾਬਲਾ ਦੇਖਦੇ ਹੋ, ਆਮ ਆਦਮੀ ਪਾਰਟੀ ਨਾਲ, ਅਕਾਲੀਆਂ ਨਾਲ ਜਾਂ ਕਾਂਗਰਸ ਨਾਲ? ਲੜਾਈ ਤਾਂ ਸਖਤ ਹੈ। ਮੈਂ ਯਾਨੀ ਉਹ ਕਾਗਜ਼ ਦੀ ਕਸ਼ਤੀ ਨਹੀਂ ਸਿੱਟ ਸਕਦਾ, ਹਵਾ 'ਚ ਤੀਰ ਨਹੀਂ ਚਲਾ ਸਕਦਾ, ਪਾਣੀ 'ਚ ਡਾਂਗਾ ਨਹੀਂ ਮਾਰ ਸਕਦਾ। ਮੈਂ ਸਿਰਫ ਕਹਾਂਗਾ ਲੜਾਈ ਤਾਂ ਹੈ ਸਖਤ, ਪੇਚਾ ਫਸਿਆ ਹੋਇਆ ਹੈ, ਲੇਕਿਨ ਸਾਰੇ ਯੰਗ ਹੈ ਮੁੰਡੇ, ਜਿੰਨੇ ਵੀ ਉਮੀਦਵਾਰ ਹੈ। ਹੁਣ ਅਟਵਾਲ ਸਾਹਿਬ ਦੇ ਨੇ ਇੰਨੀ ਸੇਵਾ ਕੀਤੀ ਹੈ, ਉਹ ਪਹਿਲਾਂ ਸਪੀਕਰ ਹੈ ਬਹੁਤ ਦੇਰ, ਜਦੋਂ ਵੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਬਣਦੀ ਸੀ। ਫਿਰ ਉਹਨਾਂ ਦੇ ਬੇਟਾ ਬਹੁਤ ਲਾਇਕ ਸੱਜੀ, ਉਹਨਾਂ ਦੇ ਇੱਕ ਕਿਸਮ ਦਾ ਕੰਮ ਹੀ ਉਹ ਚਲਾਉਂਦੇ ਸੀ, ਤੇ ਇੰਦਰ ਇਕਬਾਲ ਸਿੰਘ, ਉਹਨਾਂ ਨੂੰ ਟਿਕਟ ਦਿੱਤੀ ਬੀਜੇਪੀ ਨੇ, ਬੜਾ ਸੋਹਣਾ ਕੰਮ ਕੀਤਾ। ਸਾਰੇ ਹੀ ਦੇਖੋ ਹੁਣ ਕੀ ਬਣਦਾ, ਨੋ ਪ੍ਰੋਬਲਮ, ਮਿਹਨਤ ਜ਼ੋਰ ਪੂਰਾ ਲਾਇਆ ਹੋਇਆ, ਜ਼ੋਰ ਲਾਉਣਾ ਚਾਹੀਦਾ। ਬਾਕੀ ਤੁਸੀਂ ਜਲੰਧਰ ਨੂੰ ਜਾਣਦੇ ਹੋ ਪੂਰਾ, ਇਹਦੇ ਨਾਲ ਹੀ ਤੁਸੀਂ ਇੱਥੇ ਪੈਦਾ ਹੋਏ, ਸਾਰੀਆਂ ਚੀਜ਼ਾਂ। ਜਲੰਧਰ ਵਾਸੀਆਂ ਨੂੰ ਕੀ ਅਪੀਲ ਕਰੋਗੇ ਜਲੰਧਰ ਦੇ ਅੱਗੇ ਭਵਿੱਖ ਵਾਸਤੇ? ਸਭ ਤੋਂ ਪਹਿਲਾਂ ਤਾਂ ਮੈਂ ਪਹਿਲੀ ਗੱਲ ਕਿ ਰੂਹ ਜਿਹੜੀ ਬੰਦੇ ਦੀ ਉੱਥੇ ਹੀ ਹੁੰਦੀ ਹੈ ਜਿੱਥੇ ਉਹ ਜੰਮਿਆ ਹੁੰਦਾ, ਪਲਿਆ ਹੁੰਦਾ, ਪਨਪਿਆ ਹੁੰਦਾ, ਵਧਿਆ ਫੁੱਲਿਆ ਹੁੰਦਾ। ਇੱਥੇ ਦੇ ਲੋਕਾਂ ਦੀਆਂ ਜੁੱਤੀਆਂ ਸੁੱਧੀਆਂ ਕਰ ਕਰਕੇ ਹੀ ਮੈਂ ਇੱਥੇ ਤੱਕ ਪਹੁੰਚਾ, ਤੇ ਮੈਂ ਆਪਣੇ ਸ਼ਹਿਰ ਲਈ ਸਭ ਤੋਂ ਪਹਿਲਾਂ ਤਾਂ ਪ੍ਰੇ ਕਰਦਾ ਕਿ ਇਹ ਘੁੱਗ ਵਸਣ, ਪਿਆਰ ਨਾਲ ਵਸਣ। ਮੈਂ ਤਾਂ ਹੁਣ ਮਹਿਮਾਨ ਦੇ ਤੌਰ ਤੇ ਹੀ ਆਉਣਾ ਆ, ਮੇਰੀ ਡਿਊਟੀ ਲੱਗੀ ਹੈ, ਕਰਕੇ ਮੈਂ ਚਲੇ ਜਾਣਾ, ਮੇਰੀ ਕਰਮ ਭੂਮੀ ਉਹ ਆ। ਲੇਕਿਨ ਇਹ ਬੜਾ ਪਿਆਰਾ ਸ਼ਹਿਰ ਆ। ਮੈਂ ਇਹ ਜ਼ਰੂਰ ਕਹੂੰਗਾ ਕਿ ਕਾਸਟਿਜ਼ਮ ਤੋਂ, ਗਰੁੱਪਿਜ਼ਮ ਤੋਂ, ਪਾਰਟੀਆਂ ਤੋਂ ਵੀ ਉੱਪਰ ਉੱਠ ਕੇ ਐਸਾ ਨੁਮਾਇੰਦਾ ਚੁਣੋ ਜਿਹੜਾ ਜਲੰਧਰ ਲਈ ਤੇ ਜਲੰਧਰ ਦੇ ਲੋਕਾਂ ਲਈ ਸੁਹਿਰਦ ਹੋਵੇ, ਸੰਸੀਰ ਹੋਵੇ ਤੇ ਸੋਚੇ, ਵਾਕਿਆ ਇਹਨੂੰ ਸਮਾਰਟ ਸਿਟੀ ਬਣਾ ਦੇਵੇ। ਜਾਂਦੇ ਜਾਂਦੇ ਦੋਸ਼ ਲੈਣਾ ਮੋਦੀ ਜੀ ਵਾਸਤੇ ਜਾਂ ਬੀਜੇਪੀ ਵਾਸਤੇ? ਮੋਦੀ ਸਾਹਿਬ ਬਾਰੇ ਮੈਂ ਕਹਿੰਦਾ ਹੁੰਦਾ ਕਿ ਐਕਚੁਅਲੀ ਸਾਡੇ ਸਾਈਂ ਜੀ ਨਕੋਦਰ ਵਾਲੇ ਦਾਤਾ ਜੀ ਕਹਿੰਦੇ ਹੁੰਦੇ ਸੀ ਕਿ ਬੜੀ ਬੜਾਈ ਨਹੀਂ ਸੇਕਣੀ ਚਾਹੀਦੀ, ਆਪਣੀ ਬਾਲ ਕੇ ਸੇਕਣੀ ਚਾਹੀਦੀ ਹੈ। ਉਹ ਗਰੀਬ ਘਰੋਂ ਉੱਠੇ ਆ ਮੋਦੀ ਸਾਹਿਬ। ਅਲਾਮਾ ਇਕਬਾਲ ਨੇ ਲਿਖਿਆ ਸੀ ਕਿ ਦਿਆਰੇ ਇਸ਼ਕ ਮੇਂ ਆਪਣਾ ਮੁਕਾਮ ਪੈਦਾ ਕਰ। ਅਲਾਮਾ ਇਕਬਾਲ ਬਰਰੇ ਸਗੀਰ ਸਾਊਥ ਏਸ਼ੀਆ ਦਾ ਸਭ ਤੋਂ ਵੱਡਾ ਸ਼ਾਇਰ ਹੋਇਆ, ਤੇ ਉਹਨਾਂ ਦੇ ਬੇਟੇ ਨੇ ਜਦੋਂ ਆਕਸਫੋਰਡ ਪੜ੍ਹਾਉਂਦੇ ਸੀ, ਬੇਟੇ ਨੇ ਕੋਈ ਰਿਕਾਰਡਰ ਮੰਗ ਲਿਆ ਉਹਨਾਂ ਦਿਨਾਂ 'ਚ। ਉਹਨਾਂ ਨੇ ਕਿਹਾ ਬੇਟਾ ਮਿਲ ਤਾਂ ਜਾਏਗਾ ਤੈਨੂੰ, ਪਰ ਆਪਾਂ ਮਜ਼ਦੂਰ ਬੰਦੇ ਹਾਂ, ਆਪਾਂ ਅਮੀਰ ਨਹੀਂ, ਆਪਣੀ ਜਿਹੜੀ ਤਵਾਰੀਖ ਹੈ। ਸੋ ਪ੍ਰੈਕਟੀਕਲ ਲੋਕ ਥੱਲੇ ਹੀ ਉੱਠ ਕੇ, ਜ਼ਮੀਨ ਤੋਂ ਉੱਠ ਕੇ ਤਰੱਕੀ ਕਰਦੇ। ਉਹਨਾਂ ਨੇ ਆਪਣੇ ਬੇਟੇ ਨੂੰ ਚਿੱਠੀ ਲਿਖੀ ਸੀ ਕਿ ਦਿਆਰੇ ਇਸ਼ਕ ਮੇਂ अपना मकाम पैदा कर, नया ज़माना नई सुबह शाम पैदा कर, मेरा तरीक अमीरी नहीं फ़कीरी है, खुद ही ना बेच गरीबी में नाम पैदा कर। ਮੋਦੀ ਸਾਹਿਬ ਦੇ ਮਾਤਾ ਜੀ ਨੇ ਕੀ ਨਹੀਂ ਜਫਰ ਜਾਲੇ ਉਹਨਾਂ ਨੂੰ ਪਾਲਣ ਲਈ, ਭਾਂਡੇ ਬਰਤਨ ਪਤਾ ਨਹੀਂ ਕੀ ਮਸ਼ੱਕਤਾਂ ਕੀਤੀਆਂ, ਖੁਦ ਉਹਨਾਂ ਨੇ ਚਾਹ ਵੇਚੀ, ਉੱਥੋਂ ਉੱਠ ਕੇ ਪ੍ਰਧਾਨ ਮੰਤਰੀ ਬਣੇ ਆ। ਉਹਨਾਂ ਬਾਰੇ ਤੇ ਹੀ ਮੈਂ ਅਕਸਰ ਕਹਿੰਦਾ ਹੁੰਦਾ ਕਿ ਉਹਨਾਂ ਇਹ ਵੀ ਇਕਬਾਲ ਸਾਹਿਬ ਨੇ ਲਿਖਿਆ ਸੀ ਕਿ ਪਹਿਲਾਂ ਤੇ ਨਿਮਰਤਾ ਲਿਆਉਣੀ ਪੈਂਦੀ ਆ। ਉਹਦੇ ਬਾਰੇ ਉਹਨਾਂ ਨੇ ਕਿਹਾ ਮਿਟਾ ਦੇ ਆਪਣੀ ਹਸਤੀ ਕੋ ਅਗਰ ਕੁਛ ਮਰਤਬਾ ਚਾਹੇ, ਮਿਟਾ ਦੇ ਆਪਣੀ ਹਸਤੀ ਕੋ मीन्स ईगो को,
अहंकार को, हौमे को, मिटा दे अपनी हस्ती को, अगर कुछ मर्तबा चाहे कि दाना खाक में मिलके गुले गुलजार होता है। फिर वो कहते खुद ही को कर बुलंद इतना, खुद ही को कर बुलंद इतना कि हर तकदीर से पहले खुदा बंदे से खुद पूछे बता तेरी रजा क्या है। तो इसीलिए वो स्टिफ लगते हैं, स्टिफ है नहीं, लोगों को लगते स्टिफ किंग है, लेकिन वो है नहीं, क्योंकि हालात के कदमों पे कलंदर नहीं गिरता, कंप्रोमाइज नहीं करते वो गलत गल्लां ते। उन्होंने बारे यही कि हालात के कदमों पे कलंदर नहीं गिरता, टूट भी जाए ये तारा तो जमी पर नहीं गिरता, बड़े शौक से गिरते हैं दरिया समंदर में, लेकिन समंदर कभी किसी दरिया में नहीं गिरता। मोदी एक समंदर है। बड़ा चंगा लगता जदों बरतानिया का प्रधानमंत्री दिल्ली आते, यूके के प्रधानमंत्री जिन्होंने वलैत पहला कहते ही, वो कहता कि मैं मर गया सी एक किस्म का, अगले प्रधानमंत्री का नाम भी इन्होंने दसता सी भी अगला वो बनना, कहता मैं क्या रब दे बंदे हो, मैं हुण सुरगवास तो हो ही जाना, वो इंडिया तो एक वैक्सीन आई, वो ही मेरे टीका ला के देख लो, वो जी वैक्सीन वो कहता मोदी साहब ने भेजी सी तो अज मैं जिंदा हाँ, प्रधानमंत्री हाँ। हुण खैर वो नहीं रहे, पर जदों सिगे वो आए सी दिल्ली, बड़ा चंगा लगा कि पूरी दुनिया नूं इत्थे दे ते हर बंदे नूं फ्री वैक्सीन मिली है, पूरी दुनिया च वंडी, और प्रधानमंत्री साहब ने यह गल कही। उदों जिहड़े ट्रंप साहब हुंदे सी उन्हां दा बयान भी तुसीं सुणिआ। सो आ हुण यूक्रेन और रशिया दी जंग कहण नूं असीं हो गए सिविलाइज, लेकिन अजे भी देखो किन्नी कतलो गारत जंगां लग रहीआं। रब दा वास्ता इंसानी जामा मिलदा नहीं, जंगां बंद होणीआं चाहीदियां। पर किसी सियाणे कंट्री हैड ने कहा सी कि ये जे जंग बंद करनी है तो मोदी साहब नूं शामिल कर लो। देखो इंटरनेशनल लैवल ते पहला इदां नहीं सी हुंदा, सारे प्रधानमंत्री साडे लई सत्कारयोग है, सारे रिस्पैक्टेड है। जिहड़ा प्रधानमंत्री बन जाए उसकी रिस्पैक्ट, जिहड़ा नहीं करता वो अकिरत काणा, वो देशद्रोही करता। लेकिन प्रधानमंत्री पहला हुण जिद्दां T20 ਜਾਂ ਸਮਥਿੰਗ ਮੈਚ ਹੁੰਦੇ, ਇਦਾਂ ਸਟੇਟ ਹੈਡ ਵੀ 20 ਮੁਲਕਾਂ ਦੇ ਜਿੱਥੇ ਜਦੋਂ ਖੜੇ ਹੁੰਦੇ ਆ, UNO ਦੀ ਮੀਟਿੰਗ ਆ ਜਾਂ ਕੋਈ ਸਾਰੇ ਕੰਟਰੀਜ਼ ਦੀ, ਸਾਡਾ ਜਦੋਂ ਪ੍ਰਧਾਨ ਮੰਤਰੀ ਪਹਿਲਾਂ ਜਾਂਦਾ, ਪਹਿਲਾਂ ਤਾਂ ਉਹਨੂੰ ਜਗ੍ਹਾ ਖੂੰਜੇ ਤੇ ਦਿੰਦੇ ਸੀ, ਇੱਕ ਕੋਨੇ ਤੇ ਲੱਗਾ, ਮੂੰਹ ਇਦਾਂ ਬਣਾਇਆ ਹੁੰਦਾ ਸੀ ਜਿੱਦਾਂ ਭੁੱਖ ਲੱਗੀ ਹੋਈ ਹਿੰਦੁਸਤਾਨ ਸਾਰੇ ਨੂੰ, ਸਾਰੇ ਹਿੰਦੁਸਤਾਨ ਨੂੰ ਇਮਦਾਦ ਦੀ ਜ਼ਰੂਰਤ। ਬੰਦਾ ਜਦੋਂ ਖੜਾ ਹੁੰਦਾ ਪਤਾ ਤਾਂ ਲੱਗਦਾ ਨਾ ਮੋਦੀ ਬੱਬਰ ਸ਼ੇਰ ਹੈ। ਤੇ ਇਸ ਕਰਕੇ ਮੈਂ ਫਲੈਟਰਿੰਗ ਨਹੀਂ ਕਰ ਰਿਹਾ, ਇਹ ਨਹੀਂ ਕਿ ਮੈਂ MP ਹਾਂ BJP ਦਾ। ਜਦੋਂ ਮੈਂ ਨਹੀਂ ਸੀ, ਤੁਸੀਂ ਹੈਰਾਨ ਹੋਵੋਗੇ, ਮੈਂ ਮੇਰੇ ਖਿਆਲ ਕਾਂਗਰਸ ਸੀਗਾ, ਉਦੋਂ ਵੀ ਮੈਂ ਕਹਿੰਦਾ ਯਾਰ ਬੰਦਾ ਗੱਲਾਂ ਵਧੀਆ ਕਰਦਾ, ਬੰਦੇ ਦਾ ਜਜ਼ਬਾ ਬੜਾ ਹੈ। ਉਦੋਂ ਮੇਰਾ ਕੋਈ ਮਨਸ਼ਾ ਨਹੀਂ ਸੀ BJP 'ਚ ਜਾਣ ਦੀ ਨਾ ਛੱਡਣ ਦੀ। ਸੋ ਜਿਹੜੀ ਚੰਗੀ ਗੱਲ ਹੈ ਉਹ ਕਿਸੇ ਵੀ ਪਾਰਟੀ ਦਾ ਉਹਦੀ ਕਰਨੀ ਚਾਹੀਦੀ ਹੈ। ਹੁਣ ਤਾਂ ਮੇਰੇ ਲੀਡਰ ਨੇ। ਬਿਲਕੁਲ ਬਿਲकुल। ਤਾਂ ਤੁਸੀਂ ਗੱਲਾਂ ਬਾਤਾਂ ਕੀਤੀਆਂ ਸਾਂਝੀਆਂ, ਸਾਡਾ ਟਾਈਮ ਦਿੱਤਾ ਤੁਸੀਂ, ਬਹੁਤ ਬਹੁਤ ਤੁਹਾਡੀ ਧੰਨਵਾਦ। ਬੜੀ ਮਿਹਰਬਾਨੀ। ਇੱਕ ਵਾਰੀ ਫਿਰ MH1 ਦਾ ਟੀਮ ਦਾ ਔਰ ਸਾਰੇ ਵਿਊਵਰਸ ਦਾ ਸ਼ੁਕਰੀਆ ਵੀ, ਜਿਹੜੇ ਜੁੜੇ ਹੋਏ ਉਹਨਾਂ ਦਾ ਸ਼ੁਕਰੀਆ, ਜਿਹੜੇ ਬਾਅਦ 'ਚ ਦੇਖਣਗੇ ਉਹਨਾਂ ਦਾ, ਔਰ ਪੰਜਾਬ ਦੇ ਸਪੈਸ਼ਲੀ ਜਲੰਧਰੀਆਂ ਲਈ ਮੇਰੀ ਸੁਨਿਮਰ ਸਤਿ ਸ੍ਰੀ ਅਕਾਲ, ਨਮਸਕਾਰਮ, ਆਦਾਬ। ਤਾਂ ਬਿਲਕੁਲ ਇਹ ਸੀ ਹੰਸਰਾਜ ਹੰਸ, ਤੇ ਇਹਨਾਂ ਨੇ ਕਾਫੀ ਆਪਣੇ ਤਜਰਬੇ ਦੱਸੇ ਤੇ ਅੱਗੇ ਚੋਣ ਦੇ ਵਿੱਚ ਕਿਆ ਕੁਝ ਹੋ ਸਕਦਾ ਹੈ ਉਹ ਵੀ ਗੱਲਬਾਤ ਕੀਤੀ। ਤੁਸੀਂ ਵੇਖਦੇ ਰਹੋ ਜਲੰਧਰ ਦੀ ਜੰਗ MH1 ਨਿਊਜ਼ ਤੇ।